ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਮਨਦੀਪ ਕੌਰ ਨਿੱਘਾ ਸਵਾਗਤ ਕਰਦੀ ਹਾਂ। ਇੱਕ ਬਹੁਤ ਹੀ ਗੰਭੀਰ ਮਸਲਾ, ਜ਼ਰੂਰੀ ਗੱਲਬਾਤ ਜਿਹਦੇ ਦੇ ਉੱਤੇ ਸਾਰਿਆਂ ਦਾ ਆਪਣੀ ਆਪਣੀ ਰਾਏ ਰੱਖਣਾ ਬਹੁਤ ਜ਼ਰੂਰੀ ਬਣਦਾ ਹੈ। ਭਾਵੇਂ ਕਿ ਆਪਾਂ ਰਾਜਨੀਤੀ ਦੀ ਗੱਲ ਨਹੀਂ ਕਦੀ ਕਰਦੇ, ਪਰ ਹਾਂ ਅਸੀਂ ਸਿੱਖਾਂ ਦਾ, ਸਾਡੀ ਸਿੱਖ ਕਮਿਊਨਿਟੀ ਦਾ ਜੰਮੂ ਕਸ਼ਮੀਰ ਦੀ ਰਾਜਨੀਤੀ ਦੇ ਵਿੱਚ ਕੀ ਅਹੁਦਾ ਹੈ, ਕੀ ਯੋਗਦਾਨ ਹੈ, ਸਿੱਖ ਕਿਸ ਤਰ੍ਹਾਂ ਦੇ ਨਾਲ ਆਪਣਾ ਰੋਲ ਆ ਜਿਹੜਾ ਉਹ ਜੰਮੂ ਕਸ਼ਮੀਰ ਦੀ ਸਰਕਾਰ ਬਣਨ ਤੇ ਢਾਉਣ ਦੇ ਵਿੱਚ ਰੱਖਦੇ ਨੇ। ਇਸੇ ਹੀ ਅੱਜ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਸਰਦਾਰ ਮੋਹਿੰਦਰਜੀਤ ਸਿੰਘ ਜੀ ਨੇ, ਉਹਨਾਂ ਦੇ ਨਾਲ ਗੱਲ ਕਰਦੇ ਆ, ਕਿਉਂਕਿ ਪਹਿਲਾਂ ਵੀ ਇਹ ਬੜੇ ਰਾਜਨੀਤਿਕ ਮਸਲਿਆਂ ਦੇ ਉੱਤੇ ਆਪਣੇ ਨਾਲ ਗੱਲ ਕੀਤੀ ਹੈ। ਇਹਨਾਂ ਨੇ ਬੜੇ ਗੰਭੀਰ ਹੋ ਕੇ ਸੋਚਦੇ ਨੇ। ਤੇ ਮੈਂ ਚਾਹਾਂਗੀ ਵੀਰ ਜੀ, ਇੱਕ ਵਾਰੀ ਤੁਸੀਂ ਇੱਕ ਆਪਣੀ ਉਹ ਵੀ ਚਲਾ ਰਹੇ ਹੋ, ਇੱਕ ਤੁਹਾਡੀ ਐਸੋਸੀਏਸ਼ਨ ਵੀ ਚੱਲ ਰਹੀ ਹੈ ਕੁਝ, ਉਹਦੇ ਬਾਰੇ ਵੀ ਜ਼ਰੂਰ ਦੱਸਿਓ। ਤੇ ਨਾਲ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਰਹੇਗਾ ਕਿ ਹੁਣ ਜਿਵੇਂ ਜਿਵੇਂ ਉੱਡਦੀ ਗੱਲ ਆ ਰਹੀ ਹੈ ਕਿ ਚੋਣਾਂ ਹੋਣ ਜਾ ਰਹੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ, ਹਾਲੇ ਕਨਫਰਮ ਤੇ ਭਾਵੇਂ ਨਹੀਂ ਹੋਇਆ, ਪਰ ਚਲੋ ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ। ਗੱਲ ਆਉਂਦੀ ਆ ਹੁਣ ਸਿੱਖਾਂ ਦਾ, ਉਹਦੇ ਵਿੱਚ ਸਿੱਖਾਂ ਦਾ ਕੀ ਰੋਲ ਹੈ। ਸਭ ਤੋਂ ਸਾਡੇ ਲਈ ਇੱਥੇ ਬਦਕਿਸਮਤੀ ਇਹ ਹੈ ਕਿ ਸਾਡੇ ਕੋਲੇ ਉਨੀ ਪਾਵਰ ਵੀ ਹੈ, ਅਸੀਂ ਕਰ ਸਕਦੇ ਹਾਂ, ਪਰ ਅਸੀਂ ਅੱਜ ਤੱਕ ਆਪਦਾ MLA ਨਹੀਂ ਚੁਣ ਕੇ ਲਿਆ ਪਾਏ। ਤੁਸੀਂ ਉਹਦੇ ਪਿੱਛੇ ਕੀ ਕਾਰਨ ਵੇਖਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਨੂੰ ਬੜੀ ਖੁਸ਼ੀ ਹੈ ਕਿ ਇੱਕ ਬਾਨੀ ਚੈਨਲ ਨੇ ਸਾਨੂੰ ਸੱਦਾ ਦਿੱਤਾ ਹੈ ਕਿ ਜੋ ਪੋਲੀਟੀਕਲ ਜਾਂ ਜੋ ਸਿਆਸਤੀ ਉਥਲ ਪੁਥਲ ਸਟੇਟ ਵਿੱਚ ਹੋ ਰਹੀ ਹੈ ਔਰ ਹੋਣੀ ਜਾ ਰਹੀ ਹੈ, ਤੇ ਉਹਦੇ ਸੰਦਰਭ ਵਿੱਚ ਸਿੱਖਾਂ ਦਾ ਰੋਲ ਜਿਹੜਾ ਹੈਗਾ ਉਹ ਬਿਲਕੁਲ ਪੋਜ਼ਿਟਿਵ ਹੈਗਾ। ਸਿੱਖ ਕੌਮ ਪੂਰੇ ਕਨਸਟੀਟਿਊਸ਼ਨਲ ਲੋ ਲੰਗਰ ਵਿੱਚ ਹੈਗੀ ਹੈ, ਪੂਰਾ ਡੈਮੋਕ੍ਰੇਸੀ ਵਿੱਚ ਯਕੀਨ ਰੱਖਦੀ ਹੈ। ਤੇ ਬਾਕੀ ਜਿਸ ਵਕਤ ਇਹਦਾ ਐਕਸੈਸ਼ਨ ਹੋਇਆ ਜੰਮੂ ਕਸ਼ਮੀਰ ਦਾ 1947 ਤੋਂ ਬਾਅਦ ਅੱਜ ਤੱਕ ਸਿੱਖਾਂ ਦਾ ਰੋਲ ਬੜਾ ਪੋਜ਼ਿਟਿਵ ਰਿਹਾ। ਰਿਆਸਤ ਦੀ ਉਪਲਬਧੀ ਵਾਸਤੇ, ਰਿਆਸਤ ਦੀ ਡਿਵੈਲਪਮੈਂਟ ਵਾਸਤੇ, ਰਿਆਸਤ ਦੀ ਪੋਲੀਟੀਕਲ ਸਾਥ ਦੇਣ ਵਿੱਚ, ਚਾਹੇ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਵੀ ਹੋਇਆ 1947 ਵਿੱਚ ਜੀ, POJK ਵਿੱਚ ਵੀ ਹੋਇਆ, ਫਿਰ ਉਹ ਸ਼ਰਨਾਰਥੀ ਬਣ ਕੇ ਜੰਮੂ ਪ੍ਰਾਂਤ ਵਿੱਚ ਆਏ, ਤੇ ਕਸ਼ਮੀਰ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਿੱਖਾਂ ਦਾ। ਫਿਰ ਉਸ ਦੇ ਬਾਵਜੂਦ ਵੀ ਉਹਨਾਂ ਨੇ ਬਹੁਤ ਸਟਰਗਲ ਕੀਤੀ। ਸਟਰਗਲ ਕਰਨ ਤੋਂ ਬਾਅਦ ਪੋਲੀਟੀਕਲ ਅਫੇਅਰਸ ਵਿੱਚ ਵੀ ਹਿੱਸਾ ਲਿਆ। ਹਿੰਦੁਸਤਾਨ ਦੀ ਡਿਵੈਲਪਮੈਂਟ, ਰਿਆਸਤ ਦੀ ਡਿਵੈਲਪਮੈਂਟ, ਰਿਆਸਤ ਦੇ ਹਰ ਸ਼ੋਬੇ ਵਿੱਚ ਉਹਨਾਂ ਨੇ ਹਿੱਸਾ ਪਾਇਆ ਔਰ ਤਰੱਕੀ ਵੀ ਕੀਤੀ ਤੇ ਦੇਸ਼ ਵੀ ਅੱਗੇ ਵਧੇ। ਲੇਕਿਨ ਸਿੱਖਾਂ ਨਾਲ ਟਾਈਮ ਟੂ ਟਾਈਮ ਵਿਤਕਰਾ ਵੀ ਹੁੰਦਾ ਰਿਹਾ। ਸਿੱਖਾਂ ਦੀ ਜਿਹੜੀ ਪੋਲੀਟੀਕਲ ਐਸਪਾਇਰੇਸ਼ਨ ਸੀ ਔਰ ਜਿਸ ਦੀ ਬੁਨਿਆਦ ਤੇ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਬਣਿਆ ਸੀ, ਡੈਮੋਕ੍ਰੈਟਿਕ ਇੰਡੀਆ, ਲੇਕਿਨ ਉਹ ਡੈਮੋਕ੍ਰੇਸੀ ਦੇ ਫੁੱਲ ਫਲੈਜਡ ਸਿੱਖਾਂ ਤੇ ਲਾਗੂ ਨਹੀਂ ਕੀਤੀ ਗਈ। ਉਹ ਡੈਮੋਕ੍ਰੇਸੀ ਦਾ ਜਿਹੜਾ ਸਿਧਾਂਤ ਸੀ, ਜਿਹੜਾ ਬਾਬਾ ਸਾਹਿਬ ਅੰਬੇਦਕਰ ਨੇ ਤਿਆਰ ਕੀਤਾ ਸੀ, ਉਹ ਜੰਮੂ ਕਸ਼ਮੀਰ ਦੇ ਸਿੱਖਾਂ ਨੂੰ ਫੁੱਲ ਫਲੈਜਡ ਤਰੀਕੇ ਨਾਲ ਜਿਹੜੀਆਂ ਸਰਕਾਰਾਂ ਰਹਿ ਚੁੱਕੀਆਂ, ਉਹਨਾਂ ਨੇ ਸਿੱਖਾਂ ਦੀ ਕੋਈ ਅੱਗੇ ਬਹੁਤ ਮਦਦ ਨਹੀਂ ਕੀਤੀ। ਸਿੱਖਾਂ ਨੇ ਉਹਨਾਂ ਦੀ ਮਦਦ ਕੀਤੀ ਹੈ, ਲੇਕਿਨ ਸਰਕਾਰਾਂ ਨੇ ਸਿੱਖਾਂ ਦੀ ਮਦਦ ਨਹੀਂ ਕੀਤੀ। ਔਰ ਜਿਹੜੇ ਡੈਮੋਕ੍ਰੇਸੀ ਦੇ ਚਾਰ
ਸਤੰਭ ਹੈਗੇ ਆ ਜੀ। ਐਗਜ਼ੀਕਿਊਟਿਵ, ਲੈਜਿਸਲੇਟਰ, ਜੁਡੀਸ਼ਰੀ ਐਂਡ ਮੀਡੀਆ। ਸਾਨੂੰ ਲੈਜਿਸਲੇਚਰ ਵਿੱਚ ਹਿੱਸਾ ਨਹੀਂ ਲੈਣ ਦਿੱਤਾ ਕਿਉਂਕਿ ਵੋਟ ਬੈਂਕ ਰਾਜਨੀਤੀ ਨੂੰ ਉਹਨਾਂ ਨੇ ਜ਼ਿਆਦਾ ਇੰਪੋਰਟੈਂਸ ਦਿੱਤੀ। ਵੋਟ ਬੈਂਕ ਰਾਜਨੀਤੀ ਜਿਸ ਤਰ੍ਹਾਂ ਕਿ ਕਈ ਲੋਕਾਂ ਨੂੰ ਰਿਜ਼ਰਵੇਸ਼ਨਾਂ ਦਿੱਤੀਆਂ ਗਈਆਂ ਤਾਂ ਕਿ ਉਹ ਲੈਜਿਸਲੇਚਰ ਵਿੱਚ ਹਿੱਸਾ ਲੈ ਸਕਣ ਔਰ ਜਿਹੜੀ ਡੈਮੋਕ੍ਰੈਟਿਕ ਪਾਲਿਸੀ ਹੈ ਇੰਡੀਆ ਦੀ ਉਸ ਵਿੱਚ ਉਹਨਾਂ ਲੋਕਾਂ ਦਾ ਹਿੱਸਾ ਪਾਉਣ ਵਾਸਤੇ ਉਹਨਾਂ ਨੂੰ ਰਿਜ਼ਰਵੇਸ਼ਨਾਂ ਦਿੱਤੀਆਂ ਗਈਆਂ ਤਾਂ ਕਿ ਉਹ ਕੰਮ ਕਰ ਸਕਣ ਅਤੇ ਹੋਰ ਪੂਰਾ ਆਜ਼ਾਦੀ ਦਾ ਆਨੰਦ ਮਾਣ ਸਕਣ ਅਤੇ ਪੂਰਾ ਫਾਇਦਾ ਲੈ ਸਕਣ। ਉਹ ਸਿੱਖਾਂ ਦੇ ਨਸੀਬ ਵਿੱਚ ਨਹੀਂ ਹੋਇਆ। ਫਿਰ ਉਸਦੇ ਬਰਕਸ ਨਵੀਂ ਜਿਹੜੀ ਡਿਸਪੈਂਸੇਸ਼ਨਾਂ ਆਈਆਂ ਕੇਂਦਰ ਸਰਕਾਰ ਵਿੱਚ ਅਤੇ 2021 ਵਿੱਚ ਇੱਕ ਡਿਲੀਮੀਟੇਸ਼ਨ ਦਾ ਪ੍ਰੋਸੈਸ ਚੱਲਿਆ। ਉੱਥੋਂ ਦਿੱਲੀ ਤੋਂ ਕਮਿਸ਼ਨ ਭੇਜੇ ਗਏ, ਕਾਫੀ ਲੋਕਾਂ ਦੀਆਂ ਰਾਏ ਲਈ ਗਈ। ਲੇਕਿਨ ਮੈਂ ਕਹਿਣਾ ਚਾਹੁੰਦਾ ਰਮਨਦੀਪ ਕੌਰ ਜੀ ਤੁਹਾਡੇ ਜ਼ਰੀਏ ਕਿ 70 ਆਰਗੇਨਾਈਜੇਸ਼ਨਾਂ ਸਿੱਖਾਂ ਦੀਆਂ ਕਸ਼ਮੀਰ ਤੋਂ ਅਤੇ ਜੰਮੂ ਤੋਂ ਆਪਣੀ ਰਿਪਰੈਜ਼ੈਂਟੇਸ਼ਨ ਲੈ ਕੇ ਗਈ ਸਨ ਡਿਲੀਮੀਟੇਸ਼ਨ ਕਮਿਸ਼ਨ ਦੀ ਚੇਅਰਮੈਨ ਪ੍ਰਕਾਸ਼ ਰੰਜਨਾ जी देसाई ਜਿਹੜੀਆਂ ਆਈ ਸੀ ਉਹਨਾਂ ਨੂੰ पेश किया कि हमारे लिए रिजर्वेशन का प्रावधान रखा जाए कि साढ़े वास्ते रिजर्वेशन इत्थे लागू की जाए। लेकिन सिखां दी वो 70 ਦੀ 70 ऑर्गेनाइजेशनां दी डिमांड्स नूं रद्दी दी टोकरी भी पाया गया जबकि रिजर्वेशन दूजियां लोगों को दिती गई ताकि वो बहु गिनती ਵਿੱਚ ਸੀ। ਸਾਡੀ ਪੋਪੂਲੇਸ਼ਨ J&K ਵਿੱਚ 3.5 ਲੱਖ ਹੈਗੀ ਹੈ ਲੇਕਿਨ ਸਕੈਟਰਡ ਹੈਗੀ ਹੈ। ਅਸੀਂ 20 ਦੀ 20 ਕੌਂਸਟੀਟਿਊਂਸੀਆਂ ਵਿੱਚ ਘੱਟ ਗਿਣਤੀ ਵਿੱਚ ਹੈਗੇ ਹਾਂ। ਅਸੀਂ 90 ਦੀ 90 ਕੌਂਸਟੀਟਿਊਂਸੀਆਂ ਵਿੱਚ ਘੱਟ ਗਿਣਤੀ ਵਿੱਚ ਹੈਗੇ ਹਾਂ ਲੇਕਿਨ ਨੰਬਰ 3rd 'ਤੇ ਸਾਡੀ ਪੋਪੂਲੇਸ਼ਨ ਹੈਗੀ ਹੈ J&K ਵਿੱਚ। ਪਹਿਲੇ ਮੁਸਲਿਮ ਭਾਈਚਾਰਾ, ਫਿਰ ਹਿੰਦੂ ਭਾਈਚਾਰਾ ਅਤੇ ਉਸ ਤੋਂ ਇਮੀਡੀਏਟਲੀ ਸਿੱਖ ਭਾਈਚਾਰੇ ਦੇ ਲੋਕ ਹੈਗੇ ਹਨ ਪੋਪੂਲੇਸ਼ਨ ਵਿੱਚ। ਕੀ ਸ਼ੋਭਾ ਦਿੰਦਾ ਹੈ ਡੈਮੋਕ੍ਰੈਟਿਕ ਇੰਡੀਆ ਵਿੱਚ ਕਿ ਤੀਜੇ ਨੰਬਰ ਦੀ ਕੌਮ ਨੂੰ ਅਲੱਗ ਰੱਖਿਆ ਜਾਏ ਡੈਮੋਕ੍ਰੈਟਿਕ ਪ੍ਰੋਸੈਸ ਤੋਂ, ਉਹਨਾਂ ਨੂੰ ਲੈਜਿਸਲੇਚਰ ਦਾ ਹੱਕਦਾਰ ਨਹੀਂ ਬਣਾਇਆ ਜਾਏ ਅਤੇ ਇਸ ਗੱਲ ਦਾ ਸਾਨੂੰ ਅਫਸੋਸ ਹੈ। ਵੀਰ ਜੀ ਹੁਣ ਕਿਵੇਂ ਦੇਖਦੇ ਹੋ ਜਿਵੇਂ ਚਲੋ ਹੁਣ ਤੱਕ ਦਾ ਇਹ ਸੀਗਾ ਕਿ ਅਸੀਂ ਕਿਸੇ ਕਾਰਨਾਂ ਕਰਕੇ ਆਪਦੇ ਹੀ ਖੁਦ ਕਾਰਨਾਂ ਕਰਕੇ ਕਿਸੇ ਨੂੰ ਕੀ ਦੋਸ਼ ਦੇਣਾ, ਅਸੀਂ ਆਪਦਾ ਕੋਈ ਵੀ ਪੋਲੀਟੀਕਲ ਲੀਡਰ ਆ ਹੁਣ ਤੱਕ ਨਹੀਂ ਚੁਣ ਪਾਏ ਹੈ ਨਾ, ਕੁਝ ਕਾਰਨ ਰਹੇ ਨੇ। ਅਤੇ ਹੁਣ ਤਾਂ ਜਿਹੜਾ ਪ੍ਰੈਜ਼ੈਂਟ ਸਿਨੈਰੀਓ ਆ ਹੁਣ ਜਿਹੜੇ ਫੇਰ ਬਦਲ ਆ ਰਹੀ ਆ ਉਹਨੂੰ ਕਿਵੇਂ ਦੇਖਦੇ ਹੋ? ਕਿਆ ਲੱਗਦਾ ਅੱਗੇ ਕੋਈ ਹੋਪ ਹੈ? ਐਸਾ ਕਿ ਡਿਲੀਮੀਟੇਸ਼ਨ ਕਮਿਸ਼ਨ ਜਿਹੜਾ ਹੈ ਇਹ ਗਾਂਧੀਨਗਰ ਕੌਂਸਟੀਟਿਊਂਸੀ ਸਭ ਤੋਂ ਵੱਡੀ ਕੌਂਸਟੀਟਿਊਂਸੀ ਸੀ ਜਿੱਥੇ ਸਿੱਖਾਂ ਦੀ ਵੋਟ ਸਭ ਤੋਂ ਜ਼ਿਆਦਾ ਸੀ ਪੂਰੀ ਐਂਟਾਇਰ ਜੰਮੂ ਕਸ਼ਮੀਰ ਵਿੱਚ। ਗਾਂਧੀਨਗਰ ਇੱਕ ਕੌਂਸਟੀਟਿਊਂਸੀ ਦੇ ਉਹਦੇ ਵੀ 2 ਹਿੱਸੇ ਕੀਤੇ ਗਏ। ਕੁਝ ਸਿੱਖ ਆਰਐਸਪੁਰਾ ਕੌਂਸਟੀਟਿਊਂਸੀ ਵਿੱਚ ਡਿਵਾਈਡ ਕੀਤੇ ਗਏ, ਕੁਝ ਬਹੁ ਕੌਂਸਟੀਟਿਊਂਸੀ ਵਿੱਚ ਡਿਵਾਈਡ ਹੋ ਗਏ ਅਤੇ ਸਾਡੀ ਜਿਹੜੀ ਕੋਈ ਪੋਸੀਬਿਲਿਟੀ ਸੀ MLA ਚੁਣਨ ਦੀ ਉਸ 'ਤੇ ਵੀ ਪਾਣੀ ਫਿਰ ਗਿਆ ਅਤੇ ਬਾਕੀ ਅਸੀਂ ਆਪ ਦੇ ਜਿਹਦੇ ਰਾਹੀਂ ਸਾਰੀ ਸਿੱਖ ਜਥੇਬੰਦੀਆਂ ਨੂੰ ਫਿਰ ਅਪੀਲ ਕਰਦੇ ਹਾਂ ਕਿ ਇਕੱਠੇ ਹੋ ਕੇ ਇੱਕ ਐਪੈਕਸ ਕਮੇਟੀ ਬਣਾਈ ਜਾਏ ਜਿਹੜੇ 4 ਮੈਂਬਰ ਕਸ਼ਮੀਰ ਤੋਂ ਲਏ ਜਾਣ, 6 ਮੈਂਬਰ ਜੰਮੂ ਪ੍ਰਾਂਤ ਤੋਂ ਲਿੱਤੇ ਜਾਣ ਅਤੇ ਧਾਰਮਿਕ ਆਗੂਆਂ ਨੂੰ ਵੀ ਅੱਗੇ ਲੈ ਕੇ ਪ੍ਰਾਈਮ ਮਿਨਿਸਟਰ ਕੋਲ ਜਾਣ ਅਤੇ ਉਹਨੂੰ ਕਹਿਣ ਅਗਰ ਧਾਰਾ 370 ਤੁਸੀਂ ਖਤਮ ਕੀਤੀ ਹੈ
for the upliftment of minorities and upliftment of J&K people ਤੇ ਪ੍ਰਾਈਮ ਮਿਨਿਸਟਰ ਕੋਲ ਅਪੀਲ ਕਰਨ, ਪ੍ਰਾਈਮ ਮਿਨਿਸਟਰ ਕੋਲ ਜਾਣ, ਉੱਥੇ ਉਹਨਾਂ ਨੂੰ ਕਹਿਣ ਕਿ ਸਾਡੇ ਵਾਸਤੇ ਵੀ ਰਿਜ਼ਰਵੇਸ਼ਨ ਦਿੱਤੀ ਜਾਏ ਤਾਂ ਕਿ 2 ਸਿੱਖ ਨੁਮਾਇੰਦੇ ਕਸ਼ਮੀਰ ਤੋਂ ਦਿੱਤੇ ਜਾਣ ਤੇ 2 ਨੁਮਾਇੰਦੇ ਜੰਮੂ ਪ੍ਰਾਂਤ ਤੋਂ ਦਿੱਤੇ ਜਾਣ ਤਾਂ ਕਿ ਅਸੀਂ ਵੀ ਡੈਮੋਕ੍ਰੈਟਿਕ ਪ੍ਰੋਸੈਸ ਦਾ ਇੱਕ ਹਿੱਸਾ ਬਣ ਸਕੀਏ। ਨਹੀਂ ਤੇ ਸਾਡਾ ਜਿੱਤਣਾ ਬੜਾ ਮੁਸ਼ਕਿਲ ਹੈ, ਕਿਉਂਕਿ ਰੀਜਨਲਿਜ਼ਮ ਤੇ ਕਾਸਟਿਜ਼ਮ ਦਾ ਬੋਲਬਾਲਾ ਹੈ ਤੇ ਉਹ ਵੀ ਇੱਕ ਬੜਾ ਫੈਕਟਰ ਬਣ ਸਕਦਾ ਹੈ ਆਉਣ ਵਾਲੀਆਂ ਚੋਣਾਵਾਂ ਵਿੱਚ। ਤੇ ਅਗਰ ਰਿਜ਼ਰਵੇਸ਼ਨ ਸਾਡੇ ਵਾਸਤੇ ਹੋ ਜਾਂਦੀ ਹੈ ਤੇ ਉਸ ਤੋਂ ਵੱਡੀ ਗੱਲ ਕੋਈ ਨਹੀਂ ਹੈ। ਜਿਸ ਤਰ੍ਹਾਂ 9 ਸੀਟਾਂ ਇਹਨਾਂ ਨੇ ਗੁੱਜਰ ਬੱਕਰਵਾਲ ਭਾਈਚਾਰੇ ਨੂੰ ਦਿੱਤੀਆਂ, 7 ਸੀਟਾਂ ਸ਼ਡਿਊਲ ਕਾਸਟ ਭਾਈਚਾਰੇ ਨੂੰ ਆਲਰੇਡੀ ਹੈਗੀਆਂ ਤੇ ਕੁੱਲ ਮਿਲਾ ਕੇ 16 ਸੀਟਾਂ ਦਿੱਤੀਆਂ ਗਈਆਂ। ਅਸੀਂ ਅਪੀਲ ਕਰਦੇ ਹਾਂ ਭਾਰਤ ਸਰਕਾਰ ਤੋਂ ਕਿ ਸਾਡੇ ਵਾਸਤੇ ਵੀ ਘੱਟ ਤੋਂ ਘੱਟ 4 ਸੀਟਾਂ ਦਿੱਤੀਆਂ ਜਾਣ। ਸਾਰੇ ਜਥੇਬੰਦੀਆਂ ਨੂੰ ਫਿਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਕੱਠੇ ਹੋ ਕੇ ਇੱਕ ਐਪੈਕਸ ਕਮੇਟੀ ਬਣਾ ਕੇ ਦਿੱਲੀ ਜਾਣ, ਪ੍ਰਾਈਮ ਮਿਨਿਸਟਰ ਅੱਗੇ ਆਪਣਾ ਮੁਤਾਲਬਾ ਰੱਖਣ ਤੇ 4 ਸੀਟਾਂ ਰਿਜ਼ਰਵੇਸ਼ਨ ਕਰਾ ਕੇ, ਤਾਂ ਕਿ ਸਾਡੀ ਐਸਪਾਇਰੇਸ਼ਨਸ ਫੁੱਲਫਿਲ ਹੋ ਸਕਣ ਤੇ ਸਾਡੇ ਜਿਹੜੇ ਪੈਂਡਿੰਗ ਮਸਲੇ ਉਹ ਉਜਾਗਰ ਹੋ ਸਕਣ ਐਟ ਦਾ ਫਲੋਰ ਆਫ ਹਾਊਸ। ਜੀ ਵੀਰ ਜੀ, ਕਿਵੇਂ ਵੇਖਦੇ ਹੋ ਕਿ ਇਹ ਸਾਰੀਆਂ ਚੀਜ਼ਾਂ ਤਾਂ ਹੀ ਪੋਸੀਬਲ ਆ, ਆਪਾਂ ਕਰ ਸਕਦੇ ਇਹਨਾਂ ਚੀਜ਼ਾਂ ਨੂੰ ਰਾਬਤਾ ਕਰਨਾ ਸੈਂਟਰ ਗਵਰਨਮੈਂਟ ਦੇ ਤੱਕ, ਜੇਕਰ ਸਾਡੇ ਸਾਰਿਆਂ ਦੇ ਵਿੱਚ ਯੂਨਿਟੀ ਹੋਏਗੀ ਤਾਂ ਏਕੀ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਡਿਲੀਮਿਟੇਸ਼ਨ ਕਮਿਸ਼ਨ ਤੋਂ ਬਾਅਦ ਦਾਸ ਨੇ ਬੜੀ ਕੋਸ਼ਿਸ਼ ਕੀਤੀ ਸੀ ਕਿ ਇੱਕ ਯੂਨਿਟੀ ਹੋਏ। ਮੈਂ ਦਾਸ ਕਾਫੀ ਪੋਲੀਟੀਕਲ ਪਾਰਟੀਜ਼ ਦੇ ਆਗੂਆਂ ਕੋਲ ਗਿਆ ਕਿ ਯੂਨਿਟੀ ਫਾਰਮੂਲੇਟ ਕਰੋ। ਇਵਨ ਕਿ ਦਾਸ ਨਗਾਲੀ ਸਾਹਿਬ ਦੇ ਚੀਫ ਜਿਹੜੇ ਪੂਜਨੀय ਸੰਤ ਜੀ ਮੰਦਮਨਜੀਤ ਸਿੰਘ ਜੀ, ਉਹਨਾਂ ਕੋਲ ਵੀ ਮੈਂ ਗਿਆ, ਉਹਨਾਂ ਨੂੰ ਵੀ ਸਾਰੀ ਗੱਲ ਦੱਸੀ ਤੇ ਉਹ ਤਿਆਰ ਹੋ ਗਏ, ਕਹਿਣ ਲੱਗੇ ਕਰੋ ਲੋਕ ਤਿਆਰ, ਚਲੋ ਚਲਦੇ ਹਾਂ ਦਿੱਲੀ। ਲੇਕਿਨ ਜਦ ਮੈਂ ਪੋਲੀਟੀਕਲ ਲੋਕਾਂ ਕੋਲ ਗਿਆ, ਪੋਲੀਟੀਕਲ ਲੋਕਾਂ ਨੇ ਪੂਰਾ ਸਾਥ ਨਹੀਂ ਦਿੱਤਾ ਤੇ ਸਿਰਫ ਲੈਗ ਪੁਲਿੰਗ ਦੀ ਗੱਲ ਕੀਤੀ, ਉਹ ਕੌਣ ਹੈਗਾ, ਇਹ ਕੌਣ ਹੈਗਾ। ਉਸ ਵਿੱਚ ਸਾਡੀ ਕੌਮ ਇੱਥੇ ਮਾਰ ਖਾ ਜਾਂਦੀ ਹੈ। ਹੁਣ ਅਪੀਲ ਫਿਰ ਕਰਦੇ ਹਾਂ ਸਾਰਿਆਂ ਅੱਗੇ ਕਿ ਫਿਰ ਮੌਕਾ ਹੈਗਾ, ਹਾਲੀ ਮੌਕਾ ਖਤਮ ਨਹੀਂ ਹੋਇਆ। ਇਲੈਕਸ਼ਨ ਹੋਣ ਵਾਲੇ ਆ, 2023 ਵਿੱਚ ਇਲੈਕਸ਼ਨ ਹੋਣਗੇ ਤੇ ਸਾਰੇ ਲੋਕ ਆਨੰਦ ਮਾਣਨਗੇ ਆਪਣੀ ਡੈਮੋਕ੍ਰੈਟਿਕ ਰਾਈਟਸ ਦਾ। -6 ਅਗਰ ਸਿੱਖ ਲੈ ਸਕਦੇ ਹਨ ਰਿਜ਼ਰਵੇਸ਼ਨ, ਇਕੱਠੇ ਹੋ ਕੇ ਹੋਮ ਮਿਨਿਸਟਰ ਕੋਲ ਜਾਣ, ਪ੍ਰਾਈਮ ਮਿਨਿਸਟਰ ਕੋਲ ਜਾਣ, ਉੱਥੇ ਅਪੀਲ ਕਰਨ ਤੇ ਉਹ ਵੀ ਸਕਦਾ ਹੈ, ਕੋਈ ਐਸੀ ਗੱਲ ਨਹੀਂ। ਤੇ ਇਹ ਵੀ ਮੈਂ ਕਹਿਣਾ ਚਾਹੁੰਦਾ ਕਿ ਲੋਕ ਸਮਝਦੇ ਹਨ ਕਿ ਸਿੱਖਾਂ ਵਾਸਤੇ ਰਿਜ਼ਰਵੇਸ਼ਨ ਨਹੀਂ ਹੋ ਸਕਦੀ। ਐਸਾ ਕਦੇ ਨਹੀਂ ਹੈ। ਕਾਨੂੰਨ ਰੱਬ ਨੇ ਨਹੀਂ ਬਣਾਏ ਦੇ, ਕਾਨੂੰਨ ਇਨਸਾਨ ਨੇ ਬਣਾਏ ਦੇ। ਅਗਰ ਦਫਾ 370 ਬਣਾਇਆ ਸੀ, ਇਨਸਾਨ ਨੇ ਬਣਾਇਆ ਹੈ। ਦਫਾ 144 ਕਿਤੇ ਲਾਗੂ ਹੁੰਦਾ ਹੈ ਤੇ ਉਹ ਇਨਸਾਨ ਨੇ ਬਣਾਇਆ ਹੈ। ਉਹ ਇਨਸਾਨ ਹੀ ਦੇਖਦਾ ਹੈ ਕਿ ਕਿੱਥੇ ਕਿਸ ਕਮਿਊਨਿਟੀ ਨੂੰ ਫਾਇਦਾ ਦੇਣਾ ਹੈ, ਕਿੱਥੇ ਕਿਸ ਕਮਿਊਨਿਟੀ ਦਾ ਉਤਥਾਨ ਕਰਨਾ ਹੈ। ਉੱਥੇ ਇਸ ਤਰ੍ਹਾਂ ਦੇ ਕਾਨੂੰਨ ਬਣਾ ਕੇ ਲਾਗੂ ਕੀਤੇ ਜਾਂਦੇ ਹਨ ਤੇ ਬਾਕੀ ਕਾਨੂੰਨ ਇਨਸਾਨ ਹੀ ਬਣਾਉਂਦਾ ਹੈ, ਇਨਸਾਨ ਹੀ ਹਟਾਉਂਦਾ ਹੈ। ਤੇ ਇਹ ਕਾਨੂੰਨ ਬਣ ਸਕਦਾ ਹੈ ਜੰਮੂ ਕਸ਼ਮੀਰ ਦੇ ਸਿੱਖਾਂ ਵਾਸਤੇ ਅਗਰ ਸਿੱਖ ਲੋਕ ਇਕੱਠੇ ਹੋ ਕੇ ਯੂਨਿਟੀ ਦਾ ਪ੍ਰਗਟਾਵਾ ਕਰਕੇ ਦਿੱਲੀ ਕੋਲ ਜਾ ਕੇ, ਦਿੱਲੀ ਰਾਜਧਾਨੀ ਵਿੱਚ ਜਾ ਕੇ ਇਹ ਪਾਸ ਕਰਾ ਕੇ ਤੇ ਆਪਣਾ ਡੈਮੋਕ੍ਰੈਟਿਕ ਰਾਈਟ ਲੈ ਸਕਦੇ। ਜੀ ਵੀਰ ਜੀ, ਬਹੁਤ ਵਧੀਆ। ਜਿਸ ਤਰ੍ਹਾਂ ਦੇ ਨਾਲ ਬੜੇ ਹੀ ਜ਼ਰੂਰੀ ਮੁੱਦੇ ਦੇ ਉੱਤੇ ਅੱਜ ਆਪਾਂ ਗੱਲਬਾਤ ਕੀਤੀ ਹੈ, ਕਿਉਂਕਿ ਹੁਣ ਚੋਣਾਂ ਆਉਣ ਵਾਲੀਆਂ ਨੇ ਤੇ ਉਹਨਾਂ ਦੇ ਵਿੱਚ ਸਿੱਖਾਂ ਨੂੰ ਆਪਣਾ ਰੋਲ ਕਿਸ ਤਰ੍ਹਾਂ ਦੇ ਨਾਲ ਅਦਾ ਕਰਨਾ ਤੇ ਆਪਾਂ ਕੀ ਰੋਲ ਅਦਾ ਕਰ ਸਕਦੇ ਹਾਂ, ਉਹਦੇ ਉੱਪਰ ਸਾਰੀ ਹੀ ਜਾਣਕਾਰੀ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਸਰਦਾਰ ਮੋਹਿੰਦਰਜੀਤ ਸਿੰਘ ਜੀ ਹੋਣਾ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ। ਅੱਗੇ ਜਿਹੜਾ ਦਿਨ ਪ੍ਰਤੀ ਦਿਨ ਸਮੇਂ 'ਤੇ ਰਹਿੰਦੇ ਹੋਏ ਆਪਾਂ ਸਰਦਾਰ ਮੋਹਿੰਦਰ ਸਿੰਘ ਜੀ ਹੋਣਾ ਦੇ ਕੋਲੋਂ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ। ਮੈਂ ਇੱਕ ਵਾਰ ਫਿਰ ਤੋਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ। ਬਹੁਤ ਧੰਨਵਾਦ ਜੀ ਆਪ ਜੀ ਦਾ ਇਕਬਾਣੀ ਚੈਨਲ ਦੇ ਵੱਲੋਂ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।